ਓਸ਼ੋ ਦੇ ਲੈਕਚਰ। ਬਾਹਰ ਕੁਝ ਪਾਉਣਾ ਹੋਵੇ ਤਾਂ ਭੱਜਣਾ, ਨਹੀਂ ਤਾਂ ਨਹੀਂ ਪਾ ਸਕੋਗੇ। ਇਸੇ ਲਈ ਤਾਂ ਭਾਰਤ ਨਹੀਂ ਪਾ ਸਕਿਆ। ਬਾਹਰੀ ਦੁਨੀਆ 'ਚ ਗਰੀਬ ਰਹਿ ਗਿਆ। ਪੂਰਬ ਬਾਹਰ ਦੀ ਦੁਨੀਆ 'ਚ ਕੁਝ ਵੀ ਨਹੀਂ ਪਾ ਸਕਿਆ, ਮੁਸ਼ਕਿਲ ਨਾਲ ਜੀ ਰਿਹਾ। ਪੱਛਮ ਨੇ ਬਾਹਰਲੀ ਦੁਨੀਆ 'ਚ ਅੰਬਾਰ ਲਾ ਲਏ, ਇੰਨੀਆਂ ਚੀਜ਼ਾਂ ਇਕੱਠੀਆਂ ਕਰ ਲਈਆਂ ਕਿ ਹੁਣ ਇਹੀ ਸਮਝ ਨਹੀਂ ਆਉਂਦਾ ਕਿ ਇਹਨਾਂ ਦੀ ਵਰਤੋਂ ਕਰੇ ਕਿਵੇਂ, ਇਹਨਾਂ ਦਾ ਉਪਯੋਗ ਕੀ ਹੋਏਗਾ। ਪੂਰਬ ਦਰਿੱਦਰ ਰਹਿ ਗਿਆ, ਪੱਛਮ ਅਮੀਰ ਹੋ ਗਿਆ। ਬਾਹਰ ਦੀ ਦੁਨੀਆ 'ਚ ਕੁਝ ਕਰਨਾ ਹੋਵੇ ਤਾਂ ਬਹੁਤ ਸਕ੍ਰਿਅਤਾ ਚਾਹੀਦੀ ਹੈ, ਕਿਉਂਕਿ ਬਾਹਰ ਦੀ ਦੁਨੀਆ ਤੁਹਾਨੂੰ ਮਿਲੀ ਹੀ ਹੋਈ ਨਹੀਂ ਹੈ, ਉਹਨੂੰ ਪਾਉਣ ਲਈ ਕੋਸ਼ਿਸ਼ ਕਰਨੀ ਪਏਗੀ। ਹੋਰ ਅੰਦਰਲੀ ਦੁਨੀਆ ਲਈ ਕੁਝ ਕਰਨਾ ਹੋਵੇ ਤਾਂ ਵਿਸ਼ਰਾਮ ਚਾਹੀਦਾ, ਪਰਮ ਵਿਸ਼ਰਾਮ ਚਾਹੀਦਾ, ਕਿਉਂਕਿ ਉੱਥੇ ਤਾਂ ਮਿਲਿਆ ਹੀ ਹੋਇਆ। ਉੱਥੇ ਕੁਝ ਕਰਨਾ ਨਹੀਂ ਹੈ, ਸਿਰਫ ਵਿਸ਼ਰਾਮ ਦੀ ਅਵਸਥਾ ਲਿਆਉਣੀ ਹੈ, ਤਾਂ ਕਿ ਚਿੱਤ ਦੇ ਤਣਾਅ ਤੁਹਾਨੂੰ ਬਾਹਰ ਨਾ ਖਿੱਚਣ, ਤਾਂ ਕਿ ਚਿੱਤ ਦੀਆਂ ਤਰੰਗਾਂ ਤੁਹਾਨੂੰ ਉਲਝਾਉਣ ਨਾ। ਚਿੱਤ ਨਿਸ਼ਤਰੰਗ ਹੋ ਜਾਏ ਤਾਂ ਅਚਾਨਕ ਤੁਸੀਂ ਡਿੱਗ ਪਏ ਉਸ ਡੂੰਘੀ ਖਾਈ 'ਚ ਜਿਹਦਾ ਨਾਂ ਪਰਮਾਤਮਾ ਹੈ। ਕਹਿਨ ਸੁਨਨ ਕਛੁ ਨਾਹੀਂ, ਨੈ ਕਛੁ ਕਰਨ ਹੈ, ਜੀਤੇ ਜੀ ਮਰ ਰਹੇ, ਬਹੁਰ ਨੈ ਮਰਨ ਹੈ। ਇਹੀ ਗੱਲ ਹੈ ਜਿਹਨੂੰ ਮੈਂ ਵਿਸ਼ਰਾਮ ਕਹਿ ਰਿਹਾ, ਉਹਨੂੰ ਕਬੀਰ ਜਿਉਂਦੇ ਜੀ ਮਰਨਾ ਕਹਿ ਰਹੇ ਹਨ। ਆਖਰ ਰਾਤ ਜਦ ਤੁਸੀਂ ਨੀਂਦ 'ਚ ਸੌਂਦੇ ਹੋ ਤਾਂ ਕਰਦੇ ਕੀ ਹੋ? ਥੋੜ੍ਹੀ ਦੇਰ ਲਈ ਮਰ ਜਾਂਦੇ ਹੋ। ਨੀਂਦ ਰੋਜ਼ ਰੋਜ਼ ਦਾ ਥੋੜ੍ਹਾ ਥੋੜ੍ਹਾ ਮਰਨਾ ਹੈ, ਅਤੇ ਮੌਤ ਲੰਮੀ ਦੇਰ ਲਈ ਮਰਨਾ ਹੈ। ਫਿਰ ਪੈਦਾ ਹੋ ਜਾਓਗੇ, ਜਿਵੇਂ ਰਾਤ ਸੌਵੋਗੇ ਸਵੇਰੇ ਜਾਗ ਜਾਓਗੇ, ਇਵੇਂ ਇਸ ਸਰੀਰ 'ਚ ਮਰੋਗੇ, ਦੂਜੇ ਸਰੀਰ 'ਚ ਪੈਦਾ ਹੋ ਜਾਓਗੇ। ਅੰਤਰ ਕੇਵਲ ਪ੍ਰਮਾਣ ਦਾ ਹੈ, ਗੁਣ ਦਾ ਨਹੀਂ ਹੈ। ਇਸ ਲਈ ਨਿਦਰਾ ਮੌਤ ਵਰਗੀ ਹੈ। ਜੀਤੇ ਜੀ ਮਰ ਰਹੇ ਤਾਂ ਫਿਰ ਜਿਉਂਦੇ ਜੀ ਮਰਨ ਦੀ ਕੀ ਕਲਾ ਹੋਏਗੀ? ਉਹ ਇਹੀ ਹੋਏਗੀ ਕਿ ਜਦ ਤੁਹਾਨੂੰ ਮੌਕਾ ਮਿਲੇ ਅੱਖਾਂ ਬੰਦ ਕਰਕੇ ਮਰ ਰਹੋ ਬਾਹਰ ਦੇ ਵੱਲ, ਜਿਵੇਂ ਬਾਹਰ ਨਹੀਂ ਹੈ, ਜਿਵੇਂ ਤੁਸੀਂ ਨੀਂਦ 'ਚ ਗੁਆਚ ਗਏ। ਹੋਸ਼ 'ਚ ਰਹਿੰਦੇ ਹੋਏ ਨੀਂਦ 'ਚ ਗੁਆਚ ਜਾਓ, ਜਾਗੇ ਜਾਗੇ ਬਾਹਰ ਵੱਲ ਨਾ ਜਾਓ। ਬਾਹਰ ਮਿਟ ਜਾਏ, ਤੁਸੀਂ ਬਾਹਰ ਦੇ ਲਈ ਮਿਟ ਜਾਓ, ਸਿਰਫ ਅੰਦਰ ਰਹਿ ਜਾਏ, ਇੱਕ ਮਾਤਰ ਅਸਤਿਤਵ ਅੰਦਰਲਾ ਬਚੇ। ਜੀਤੇ ਜੀ ਮਰ ਰਹੇ, ਬਹੁਰ ਨ ਮਰਨ ਹੈ। ਅਤੇ ਜਿਸ ਨੇ ਅਜਿਹੇ ਮਰਨ ਦੀ ਕਲਾ ਸਿੱਖ ਲਈ, ਫਿਰ ਉਹ ਕਦੇ ਨਹੀਂ ਮਰਦਾ। ਫਿਰ ਤਾਂ ਉਹ ਮਰਨ ਵੇਲੇ ਅੰਦਰ ਜਿਉਂਦਾ ਹੈ, ਫਿਰ ਤਾਂ ਮਰਨ ਵੇਲੇ ਵੀ ਉਹ ਅੰਦਰ ਜਾਗਦਾ ਹੈ, ਫਿਰ ਤਾਂ ਮੌਤ ਨੂੰ ਵੀ ਉਹ ਵੇਖਦਾ ਹੋਇਆ ਲੰਘਦਾ ਹੈ, ਫਿਰ ਮੌਤ ਵਿੱਚ ਵੀ ਉਹ ਹੋਸ਼ ਨੂੰ ਕਾਇਮ ਰੱਖਦਾ ਹੈ, ਕਿਉਂਕਿ ਹੋਸ਼ ਅੰਦਰਲੀ ਗੱਲ ਹੈ। ਤੁਹਾਨੂੰ ਇੱਕ ਵਾਰੀ ਅੰਦਰ ਜਾਣਾ ਆ ਗਿਆ ਤਾਂ ਅੱਖ ਬੰਦ ਕਰ ਲਓਗੇ, ਚੁੱਪਚਾਪ ਅੰਦਰ ਡੁੱਬ ਜਾਓਗੇ। ਅਤੇ ਇਹ ਜੋ ਅੰਦਰ ਡੁੱਬਣਾ ਹੈ, ਜੇਕਰ ਤੁਹਾਨੂੰ ਮੌਤ 'ਚ ਆ ਗਿਆ, ਫਿਰ ਕਿਹੜੀ ਮੌਤ? ਸਰੀਰ ਮਰੇਗਾ, ਮਨ ਮਰੇਗਾ, ਤੁਸੀਂ ਨਹੀਂ ਮਰੋਗੇ। ਉਹ ਜਾਣਨ ਵਾਲਾ ਜਾਗਣ ਵਾਲਾ ਜਾਗਿਆ ਹੀ ਰਹੇਗਾ, ਜੀਵਤ ਹੀ ਰਹੇਗਾ। ਉਹੀ ਜੀਤੇ ਜੀ ਮਰ ਰਹੇ, ਬਹੁਰ ਨ ਮਰਨ ਹੈ। ਫਿਰ ਨਾ ਉਹਦਾ ਕੋਈ ਜਨਮ ਹੈ, ਨਾ ਮੌਤ ਹੈ, ਉਹ ਆਵਾਗਮਨ ਤੋਂ ਪਾਰ ਹੋ ਗਿਆ। ਜੋਗੀ ਪੜੇ ਵਿਯੋਗ ਕਹੇ ਘਰ ਦੂਰ ਹੈ। ਕਬੀਰ ਬਹੁਤ ਮਜ਼ੇਦਾਰ ਵਿਅੰਗ ਕਰ ਰਹੇ। ਉਹ ਕਹਿ ਰਹੇ ਆ ਜੋਗੀ ਪੜੇ ਵਿਯੋਗ। ਜੋਗੀ ਦਾ ਅਰਥ ਹੁੰਦਾ ਜਿਹੜੇ ਮਿਲੇ ਹੀ ਹੋਏ ਹੈ, ਉਹ ਵਿਯੋਗ ਕਰ ਰਹੇ ਹੈ ਪਰਮਾਤਮਾ ਨਾਲ। ਜਿਹੜੇ ਮਿਲੇ ਹੀ ਹੋਏ ਹੈ ਉਹ ਵੀ ਰੋ ਰਹੇ ਹੈ ਅਤੇ ਪੁੱਛ ਰਹੇ ਹੈ ਕਿ ਪਰਮਾਤਮਾ ਕਿੱਥੇ ਹੈ। ਜੋਗੀ ਪੜੇ ਵਿਯੋਗ, ਵਿਯੋਗ ਕਦੇ ਹੋਇਆ ਹੀ ਨਹੀਂ ਉਹਦੇ ਨਾਲ। ਜੋਗ ਦੀ ਗੱਲ ਹੀ ਕਰਨੀ ਬੇਕਾਰ ਹੈ। ਜਿਸ ਤੋਂ ਕਦੇ ਅਸੀਂ ਦੂਰ ਹੀ ਨਹੀਂ ਹੋਏ, ਉਹਨੂੰ ਕੋਲ ਲਿਆਉਣ ਦਾ ਕੀ ਕਾਰਨ ਹੈ? ਮੱਛੀ ਨੇ ਕਦੇ ਸਾਗਰ ਛੱਡਿਆ? ਉਹ ਸਾਗਰ 'ਚ ਹੀ ਪੈਦਾ ਹੁੰਦੀ ਹੈ, ਸਾਗਰ 'ਚ ਹੀ ਲੀਨ ਹੁੰਦੀ ਹੈ। ਪਰਮਾਤਮਾ 'ਚ ਅਸੀਂ ਜੀ ਰਹੇ ਹਾਂ, ਉਸੇ 'ਚ ਸਵਾਸ ਲੈਂਦੇ ਹਾਂ, ਉਸੇ 'ਚ ਉੱਠਦੇ ਬੈਠਦੇ ਚੱਲਦੇ ਫਿਰਦੇ ਭਟਕਦੇ ਪਾਉਂਦੇ, ਸਭ ਉਸੇ 'ਚ ਘਟ ਰਿਹਾ। ਗਾਉਂਦੇ ਵੀ ਹਾਂ ਤਾਂ ਵੀ ਉਸੇ ਦੇ ਅੰਦਰ, ਪਾਉਂਦੇ ਹਾਂ ਤਾਂ ਵੀ ਉਸੇ ਦੇ ਅੰਦਰ। ਉਸ ਤੋਂ ਬਾਹਰ ਹੋਣ ਦਾ ਕੋਈ ਉਪਾਅ ਨਹੀਂ ਹੈ। ਮੱਛੀ ਤਾਂ ਕਦੇ ਕਦੇ ਛਾਲ ਮਾਰ ਕੇ ਕੰਢੇ 'ਤੇ ਵੀ ਆ ਸਕਦੀ ਹੈ, ਤੜਪ ਸਕਦੀ ਹੈ, ਪਰ ਪਰਮਾਤਮਾ ਤੋਂ ਬਾਹਰ ਹੋਣ ਦਾ ਕੋਈ ਉਪਾਅ ਨਹੀਂ ਹੈ, ਕਿਉਂਕਿ ਉਹਦੇ ਬਾਹਰ ਤਾਂ ਕੋਈ ਕੰਢਾ ਵੀ ਨਹੀਂ ਹੈ। ਉਹ ਕਿਨਾਰੇ ਤੋਂ ਰਹਿਤ ਹੈ, ਉਸ 'ਚ ਬਾਹਰ ਜਾਣ ਦੀ ਕੋਈ ਥਾਂ ਨਹੀਂ ਹੈ, ਕਿਉਂਕਿ ਉਹਦੇ ਬਾਹਰ ਕੁਝ ਨਹੀਂ ਹੈ, ਉਹੀ ਸਭ ਕੁਝ ਹੈ। ਕਬੀਰ ਬਹੁਤ ਡੂੰਘੀ ਮਜ਼ਾਕ ਕਰ ਰਹੇ ਹੈ। ਕਹਿ ਰਹੇ ਹੈ ਜੋਗੀ ਪੜੇ ਵਿਯੋਗ। ਜਿਹੜੇ ਜੁੜੇ ਹੀ ਹੋਏ ਹੈ ਉਹ ਵਿਯੋਗ ਦਾ ਗੀਤ ਗਾ ਰਹੇ। ਉਹ ਕਹਿ ਰਹੇ ਹੈ ਕਦ ਮਿਲਣ ਹੋਏਗਾ। ਰੋ ਰਹੇ ਹਨ, ਛਾਤੀ ਪਿੱਟ ਰਹੇ ਹਨ। ਇਹ ਵਿਧੀ ਹੈ, ਉਹ ਵਿਧੀ ਕਰ ਰਹੇ ਹਨ, ਤਿਆਗ ਤਪ ਯੱਗ ਚਲਾ ਰਹੇ ਹਨ। ਜੋਗੀ ਪੜੇ ਵਿਯੋਗ ਕਹੇ ਘਰ ਦੂਰ ਹੈ, ਕਿ ਘਰ ਬਹੁਤ ਦੂਰ ਹੈ। ਪਾਸੈ ਬਸਤ ਹਜੂਰ, ਤੂੰ ਚੜ੍ਹਤ ਖਜੂਰ ਹੈ। ਅਤੇ ਉਹ ਤੁਹਾਡੇ ਕੋਲ ਹੀ ਬੈਠੇ ਹਨ, ਉਹਨਾਂ ਨੂੰ ਲੱਭਣ ਲਈ ਤੁਸੀਂ ਖਜੂਰ 'ਤੇ ਚੜ੍ਹ ਰਹੇ ਹੋ। ਨਾਹਕ ਡਿੱਗੋਗੇ, ਹੱਥ ਪੈਰ ਤੁੜਾ ਲਓਗੇ। ਬਹੁਤ ਸਾਰੇ ਯੋਗੀ ਖਜੂਰ 'ਤੇ ਚੜ੍ਹ ਕੇ ਡਿੱਗਦੇ ਹੈ। ਖਜੂਰ 'ਤੇ ਚੜ੍ਹਨ ਦਾ ਮਤਲਬ ਹੀ ਹੈ ਕਿ ਡਿੱਗਣ ਦਾ ਉਪਾਅ ਕਰਨਾ। ਇਸ ਲਈ ਬਹੁਤ ਪ੍ਰਸਿੱਧ ਸ਼ਬਦ ਹੈ ਯੋਗ ਭ੍ਰਸ਼ਟ। ਉਹ ਖਜੂਰ 'ਤੇ ਚੜ੍ਹਨ ਨਾਲ ਹੁੰਦਾ ਹੈ। ਕੋਈ ਲੋੜ ਹੀ ਨਹੀਂ ਸੀ ਖਜੂਰ 'ਤੇ ਚੜ੍ਹਨ ਦੀ, ਭ੍ਰਿਸ਼ਟ ਹੋਣ ਦੀ। ਸਿਰਫ ਯੋਗੀ ਭ੍ਰਿਸ਼ਟ ਹੁੰਦੇ ਹੈ। ਤੁਸੀਂ ਕਿਸੇ ਹੋਰ ਨੂੰ ਭ੍ਰਿਸ਼ਟ ਹੁੰਦਿਆਂ ਵੇਖਿਆ?
ਜਿਹੜਾ ਧਰਤੀ ਤੇ ਟੁਰ ਰਿਹਾ ਉਹ ਭ੍ਰਿਸ਼ਟ ਕਿਸ ਲਈ ਹੋਇਆ? ਉਹ ਡਿੱਗੇਗਾ ਕਿਵੇਂ? ਖਜੂਰ ਤੇ ਚੜੇ ਕਿ ਅੜਚਨ ਆਈ। ਦੂਰ ਨਹੀਂ ਹੈ ਪਰਮਾਤਮਾ, ਖਜੂਰ ਉੱਤੇ ਨਹੀਂ ਬੈਠਾ। ਉਹ ਕੋਈ ਪਾਗਲ ਨਹੀਂ ਹੈ ਕਿ ਖਜੂਰ ਤੇ ਬੈਠੇ। ਹੰਕਾਰ ਨੂੰ ਚੜ੍ਹਨ 'ਚ ਮਜ਼ਾ ਆਉਂਦਾ ਹੈ, ਖਜੂਰ ਤੇ ਚੜ੍ਹਨ ਵਿੱਚ ਮਜ਼ਾ ਹੈ। ਖਾਸ ਕਰਕੇ ਕਿਉਂਕਿ ਹੋਰ ਕਿਸੇ ਝਾੜ ਤੇ ਚੜ੍ਹਨਾ ਆਸਾਨ ਹੈ। ਕੁਝ ਸਹਾਰੇ ਹਨ, ਕੁਝ ਸ਼ਾਖਾਵਾਂ ਹੁੰਦੀਆਂ, ਕੁਝ ਫੜ ਸਕਦੇ ਹੋ। ਖਜੂਰ ਤਾਂ ਬਿਲਕੁਲ ਸਰਕਸ ਦਾ ਕੰਮ ਹੈ। ਉਸ ਉੱਤੇ ਤਾਂ ਬਹੁਤ ਕੁਸ਼ਲਤਾ ਹੋਵੇ, ਬਹੁਤ ਅਭਿਆਸ ਕੀਤਾ ਹੋਵੇ, ਯੋਗ ਸਾਧਨਾ ਕੀਤੀ ਹੋਵੇ, ਤਦੇ ਕੋਈ ਚੜ੍ਹ ਸਕਦਾ। ਬਹੁਤ ਸੰਜਮ ਦੀ ਲੋੜ ਹੈ। ਖਜੂਰ ਤੇ ਚੜ੍ਹਨ 'ਚ ਤੇ ਸਿਖਰ ਤੇ ਪੁੱਜ ਕੇ ਵੀ ਆਦਮੀ ਡਿੱਗ ਪੈਂਦਾ ਹੈ। ਮੁੱਲਾ ਨਸਰੂਦੀਨ ਇੱਕ ਦਿਨ ਚੌਂਕਿਆ। ਖਜੂਰਾਂ ਪੱਕ ਗਈਆਂ ਸੀ, ਉਸ ਕੋਲੋਂ ਰਿਹਾ ਹੀ ਨਹੀਂ ਗਿਆ। ਡਰਿਆ ਤਾਂ ਬਹੁਤ ਕਿਉਂਕਿ ਅਭਿਆਸ ਨਹੀਂ ਸੀ ਕੋਈ, ਪਰ ਪੱਕੇ ਫਲ ਰਸ ਵਗਣ ਲੱਗਾ, ਰੁਕ ਨਾ ਸਕਿਆ। ਸੁਰੱਖਿਆ ਕਰਨ ਲਈ ਉਹਨੇ ਕਿਹਾ, ਹੇ ਪਰਮਾਤਮਾ, ਜੇਕਰ ਸਹੀ ਸਲਾਮਤ ਪਹੁੰਚ ਗਿਆ, ਫਲ ਪਾ ਲਏ ਤਾਂ 4 ਆਨੇ ਚੜਾਵਾਂਗਾ, ਨਗਦ 4 ਆਨੇ। ਧਿਆਨ ਰੱਖਣਾ, ਆਪਣੇ ਭਗਤ ਦੀ ਫਜੀਹਤ ਨਾ ਕਰਵਾ ਦੇਣਾ। ਉਹ ਚੜਿਆ, ਚੇਤੇ ਕਰਦਾ ਹੋਇਆ ਪਰਮਾਤਮਾ ਨੂੰ ਪੁੱਜ ਗਿਆ। ਜਦ ਫਲ ਬਿਲਕੁਲ ਨੇੜੇ ਆ ਗਏ ਤਾਂ ਉਹਨੇ ਕਿਹਾ ਕਿ ਵੀ ਫਲ 4 ਆਨਿਆਂ ਦੇ ਮਾਲੂਮ ਹੀ ਨਹੀਂ ਹੁੰਦੇ। 4 ਆਨਿਆਂ 'ਚ ਇੰਨੀ ਮਿਹਨਤ ਤੇ 4 ਆਨੇ ਚੜਾਉਣੇ, 2 ਆਨੇ ਕਾਫੀ ਹੈ। ਅਜਿਹਾ ਮਨ 'ਚ ਉੱਠਿਆ ਕਿ 2 ਆਨੇ ਕਾਫੀ ਹੈ, ਪੁੱਜ ਵੀ ਗਏ। ਅਜਿਹੀ ਕੋਈ ਜ਼ਰੂਰਤ ਨਹੀਂ ਹੈ ਸੁਰੱਖਿਆ ਦੀ। ਜਦ ਫਲ ਹੱਥ ਆ ਹੀ ਗਏ ਤਾਂ 1 ਆਨੇ ਨਾਲ ਚੱਲ ਜਾਏਗਾ। ਤੇ ਜਦੋਂ ਬਿਲਕੁਲ ਤੋੜਨ ਦੇ ਨੇੜੇ ਸੀ ਫਲ, ਤਾਂ ਉਹਨੇ ਸੋਚਿਆ ਕਿ ਓਏ, ਮੈਂ ਤਾਂ ਸੋਚਦਾ ਸੀ ਪੱਕੇ, ਅੱਧੇ ਤਾਂ ਕੱਚੇ ਹੀ ਹੈ, 1 ਆਨੇ ਨਾਲ ਚੱਲ ਜਾਏਗਾ। ਤੇ ਜਦੋਂ ਬਿਲਕੁਲ ਤੋੜਨ ਦੇ ਨੇੜੇ ਸੀ ਫਲ, ਤਾਂ ਉਹਨੇ ਸੋਚਿਆ ਚੜ੍ਹਿਆ ਤਾਂ ਮੈਂ, ਪੈਸੇ ਤੈਨੂੰ ਚੜਾਵਾਂ। ਇਸੇ ਚਿੰਤਾ 'ਚ ਪੈਰ ਥਿੜਕ ਗਿਆ, ਧੜਾਮ ਕਰਕੇ ਹੇਠਾਂ ਡਿੱਗਿਆ। ਉੱਪਰ ਆਕਾਸ਼ ਦੇ ਵੱਲ ਮੂੰਹ ਕਰਕੇ ਕਿਹਾ, ਹੱਦ ਹੋ ਗਈ, ਜ਼ਰਾ ਕੁ ਮਜ਼ਾਕ ਵੀ ਨਹੀਂ ਸਮਝਦਾ। ਜੇਕਰ ਫਲ ਪਾ ਲਏ ਹੁੰਦੇ ਤਾਂ 4 ਆਨੇ ਕੀ 8 ਆਨੇ ਚੜਾ ਦਿੰਦਾ। ਚੜ੍ਹਨ 'ਚ ਇੱਕ ਚੁਣੌਤੀ ਹੈ। ਹੰਕਾਰ ਲਈ ਚੜ੍ਹਾਈ ਬਹੁਤ ਪ੍ਰੀਤੀਕਰ ਹੈ। ਜੇਕਰ ਹੰਕਾਰ ਚੜ੍ਹਾਉਂਦਾ ਹੈ, ਉਹ ਹੰਕਾਰ ਡਿਗਾਉਂਦਾ ਵੀ ਹੈ। ਚੜ੍ਹ ਕੇ ਜਾਓਗੇ ਕਿੱਥੇ? ਖਜੂਰ ਕੋਈ ਮਾਰਗ ਥੋੜ੍ਹਾ ਹੀ ਹੈ ਜਿਹੜਾ ਕਿਤੇ ਪਹੁੰਚਾਉਂਦਾ ਹੈ। ਆਖਿਰਕਾਰ ਅੰਤ ਆ ਜਾਏਗਾ, ਫਿਰ ਕੀ ਕਰੋਗੇ? ਸਭ ਯੋਗ ਵਿਧੀਆਂ ਅਖੀਰ 'ਚ ਉਸ ਥਾਂ ਆ ਜਾਂਦੀਆਂ ਜਿੱਥੋਂ ਅੱਗੇ ਜਾਣ ਦਾ ਕੋਈ ਉਪਾਅ ਨਹੀਂ। ਵਿਧੀ ਦਾ ਅੰਤ ਆਏਗਾ ਹੀ। ਸਾਧਨਾ ਦੀ ਇੱਕ ਹੱਦ ਹੈ, ਪਰਮਾਤਮਾ ਦੀ ਕੋਈ ਹੱਦ ਨਹੀਂ ਹੈ। ਸਾਧਨਾ ਦੀ ਹੱਦ ਹੈ ਤਾਂ ਤੁਸੀਂ ਸਾਧਨਾ ਦੇ ਨਾਲ ਅਸੀਮ ਨੂੰ ਕਿਵੇਂ ਪਾ ਸਕੋਗੇ? ਨਹੀਂ, ਕੁਝ ਕਰਨ ਨਾਲ ਨਹੀਂ ਪਾਇਆ ਜਾਂਦਾ ਪਰਮਾਤਮਾ, ਨਾ ਕਰਨ ਨਾਲ ਪਾਇਆ ਜਾਂਦਾ ਹੈ। ਇਹਨੂੰ ਕਬੀਰ ਸਹਿਜ ਯੋਗ ਕਹਿੰਦੇ ਆ। ਇਸ ਲਈ ਕਬੀਰ ਬਾਰ-ਬਾਰ ਦੁਹਰਾਉਂਦੇ ਆ, ਸਾਧੋ ਸਹਿਜ ਸਮਾਧੀ ਭਲੀ। ਸਹਿਜ ਦਾ ਮਤਲਬ ਹੈ ਨਾ ਹੱਕ ਚੜੋ, ਨਾ ਖਜੂਰ। ਜੀਵਨ ਨੂੰ ਸ਼ਾਂਤ ਜੀਓ, ਸਹਿਜਤਾ ਨਾਲ ਜੀਓ, ਸੁਭਾਵਕਤਾ ਨਾਲ ਜੀਓ। ਵਿਅਰਥ ਦੀਆਂ ਉਲਝਣਾਂ ਨਾ ਖੜੀਆਂ ਕਰੋ। ਨਾ ਤਾਂ ਕੋਈ ਨੱਕ ਬੰਦ ਕਰਨ ਦੀ ਲੋੜ ਹੈ, ਨਾ ਕੋਈ ਸ਼ੀਸ਼ ਆਸਨ ਕਰਨ ਦੀ ਜ਼ਰੂਰਤ ਹੈ। ਕੋਈ ਖਜੂਰ ਨਹੀਂ ਚਾਹੀਦੀ। ਪਾਸੈ ਬਸਤ ਹਜੂਰ, ਤੂੰ ਚੜ੍ਹਤ ਖਜੂਰ ਹੈ। ਕਬੀਰ ਕਹਿੰਦੇ ਆ, ਬ੍ਰਾਹਮਣਾਂ ਤੋਂ ਜਿਨ੍ਹਾਂ ਨੇ ਦੀਕਸ਼ਾ ਲਈ ਉਹ ਭਟਕਣਗੇ। ਬ੍ਰਾਹਮਣ ਯਾਨੀ ਪੰਡਤ, ਜਿਹਨੇ ਜਾਣਿਆ ਨਹੀਂ, ਜਿਹਨੂੰ ਜਾਣਨ ਦਾ ਖਿਆਲ ਹੈ, ਜਿਹੜਾ ਬਿਨਾਂ ਜਾਣੇ ਗਿਆਨੀ ਹੋ ਗਿਆ, ਉਹ ਅਗਿਆਨੀ ਤੋਂ ਵੀ ਬਦਤਰ ਹੈ। ਕਿਉਂਕਿ ਅਗਿਆਨੀ ਘੱਟੋ ਘੱਟ ਦੂਜੇ ਨੂੰ ਨਹੀਂ ਭਟਕਾਏਗਾ। ਅਗਿਆਨੀ ਘੱਟੋ ਘੱਟ ਡਰੇਗਾ ਕਿ ਮੈਨੂੰ ਪਤਾ ਨਹੀਂ। ਅਗਿਆਨੀ ਘੱਟੋ ਘੱਟ ਨਿਮਰਤਾਵਾਨ ਹੋਏਗਾ। ਲੇਕਿਨ ਬ੍ਰਾਹਮਣ ਪੰਡਤ, ਉਹ ਤਾਂ ਜਾਣਦਾ ਹੀ ਹੈ। ਉਹ ਦੂਜਿਆਂ ਨੂੰ ਭਟਕਾਉਂਦਾ ਹੈ, ਦੂਜਿਆਂ ਨੂੰ ਦੀਕਸ਼ਾ ਦੇ ਰਿਹਾ। ਉਹ ਲੋਕਾਂ ਨੂੰ ਕਹਿ ਰਿਹਾ, ਚਲੋ ਇਸ ਰਾਹ ਉੱਤੇ। ਕੋਈ ਵੇਦ ਦੇ ਮਾਰਗ ਉੱਤੇ, ਕੋਈ ਬਾਈਬਲ ਦੇ ਮਾਰਗ 'ਤੇ, ਕੋਈ ਕੁਰਾਨ ਦੇ ਮਾਰਗ 'ਤੇ। ਪੰਡਤ ਅਨੰਤ ਹਨ, ਉਹ ਦੂਜੇ ਲੋਕਾਂ ਨੂੰ ਵੀ ਚਲਾ ਰਹੇ ਹੈ। ਜੀਸਸ ਨੇ ਕਿਹਾ ਵੀ ਜੇਕਰ ਅੰਨਿਆਂ ਨੂੰ ਤੋਰਨ ਤਾਂ ਕੀ ਹੋਏਗਾ? ਕਬੀਰ ਨੇ ਜਵਾਬ ਦਿੱਤਾ, ਅੰਧਾ ਅੰਧਾ ਠੇਲਿਆ, ਦੋਨੇ ਕੂਪ ਪੜ। ਅੰਨੇ ਨੇ ਅੰਨੇ ਨੂੰ ਚਲਾਇਆ, ਦੋਵੇਂ ਖੂਹ 'ਚ ਡਿੱਗੇ। ਗੁਰੂ ਤੇ ਚੇਲਾ ਦੋਵੇਂ, ਉਸਤਾਦ ਸ਼ਾਗਿਰਦ ਦੋਵੇਂ। ਬ੍ਰਾਹਮਣ ਦੀਕਸ਼ਾ ਦੇਤ ਸੋ ਘਰ ਘਰ ਕਾਲ ਹੈ। ਜਿਨ੍ਹਾਂ ਨੇ ਪੰਡਤ ਤੋਂ ਦੀਕਸ਼ਾ ਲਈ ਉਹ ਵਨਿਸ਼ਟ ਬਰਬਾਦ ਹੋ ਗਏ। ਕਾਸ਼ੀ ਦੇ ਪੰਡਤ ਜੇਕਰ ਕਬੀਰ ਨਾਲ ਨਾਰਾਜ਼ ਸੀ ਤਾਂ ਅਕਾਰਨ ਨਹੀਂ। ਤੇ ਕਾਸ਼ੀ ਵਿੱਚ ਹੀ ਪੰਡਤਾਂ ਦੇ ਘਰ ਵਿੱਚ ਕਬੀਰ ਬੈਠੇ ਸਨ। ਘਰ ਘਰ ਕਾਲ ਹੈ, ਉਸ ਨਾਲ ਘਰ ਘਰ ਦਾ ਨਾਸ਼ ਹੋ ਗਿਆ। ਜਿਨ੍ਹਾਂ ਨੇ ਪੰਡਤਾਂ ਕੋਲੋਂ ਦੀਕਸ਼ਾ ਲਈ ਹੈ, ਉਹਨਾਂ ਦਾ ਵਿਨਾਸ਼ ਹੋ ਗਿਆ। ਵਿਨਾਸ਼ ਦਾ ਇੰਨਾ ਹੀ ਅਰਥ ਹੈ ਕਿ ਜਿਹੜੇ ਜਾਣਦੇ ਨਹੀਂ ਸੀ, ਉਹਨਾਂ ਦੇ ਮਾਰਗ ਉੱਤੇ ਅਸੀਂ ਤੁਰਨ ਲੱਗੇ। ਗਿਆਨੀ ਨੂੰ ਲੱਭਣਾ ਪਰ ਉਸ 'ਚ ਔਖਿਆਈ ਹੈ। ਪੰਡਤ ਨੂੰ ਪਾਉਣਾ ਸਦਾ ਆਸਾਨ ਹੈ। ਉਹ ਜਨਮ ਦੇ ਨਾਲ ਹੀ ਤੁਹਾਨੂੰ ਉਪਲਬਧ ਰਹਿੰਦਾ ਹੈ। ਜੇਕਰ ਤੁਸੀਂ ਜੈਨ ਘਰ 'ਚ ਪੈਦਾ ਹੋਏ ਤਾਂ ਜੈਨ ਪੰਡਤ ਤੁਹਾਨੂੰ ਸਿੱਖਿਆ ਦੇ ਰਿਹਾ ਜਨਮ ਦੇ ਨਾਲ ਹੀ। ਜੇਕਰ ਤੁਸੀਂ ਮੁਸਲਮਾਨ ਘਰ 'ਚ ਪੈਦਾ ਹੋਏ ਤਾਂ ਮੁਸਲਮਾਨ ਮੌਲਵੀ ਤੁਹਾਨੂੰ ਸਿੱਖਿਆ ਦੇ ਰਿਹਾ ਜਨਮ ਦੇ ਨਾਲ ਹੀ।
ਉਹਨੂੰ ਤੁਹਾਨੂੰ ਲੱਭਣ ਨਹੀਂ ਜਾਣਾ ਪੈਂਦਾ, ਉਹ ਤੁਹਾਡੀ ਗਰਦਨ ਨੂੰ ਖੁਦ ਹੀ ਫੜ ਲੈਂਦਾ ਉਹ ਤੋਂ ਪਹਿਲਾਂ ਕਿ ਤੁਹਾਨੂੰ ਹੋਸ਼ ਆਏ। ਪਰ ਗਿਆਨੀ ਨੂੰ ਤੁਹਾਨੂੰ ਲੱਭਣ ਜਾਣਾ ਪਏਗਾ। ਗਿਆਨੀ ਨੂੰ ਤਾਂ ਤੁਹਾਨੂੰ ਸੱਜਰਾ ਸੁਚੇਤ ਹੋ ਕੇ ਪਾਉਣ ਲਈ ਯਾਤਰਾ ਕਰਨੀ ਪਏਗੀ। ਹੋਰ ਜ਼ਰੂਰੀ ਨਹੀਂ ਹੈ ਕਿ ਗਿਆਨੀ ਜਿਸ ਸੰਪਰਦਾਇ 'ਚ ਪੈਦਾ ਹੋਇਆ ਉੱਥੇ ਮੌਜੂਦ ਹੋਵੇ। ਅਕਸਰ ਤਾਂ ਸੰਪਰਦਾਇ 'ਚ ਗਿਆਨੀ ਨਹੀਂ ਹੁੰਦਾ, ਕਿਉਂਕਿ ਜਿਵੇਂ ਵੀ ਕੋਈ ਗਿਆਨੀ ਹੁੰਦਾ ਸੰਪਰਦਾਇ ਉਹਨੂੰ ਬਾਹਰ ਕੱਢ ਕੇ ਰੱਖ ਦਿੰਦਾ, ਕਿਉਂਕਿ ਗਿਆਨੀ ਖਤਰਨਾਕ ਹੁੰਦਾ ਹੈ। ਜੀਸਸ ਯਹੂਦੀ ਘਰ 'ਚ ਹੋਏ, ਲੇਕਿਨ ਯਹੂਦੀਆਂ ਨੇ ਬਾਹਰ ਕੱਢ ਕੇ ਸੁੱਟਿਆ। ਬੁੱਧ ਹਿੰਦੂ ਘਰ 'ਚ ਪੈਦਾ ਹੋਏ, ਪਰ ਹਿੰਦੂਆਂ ਨੇ ਬਾਹਰ ਕੱਢ ਕੇ ਦਮ ਲਿਆ। ਗਿਆਨੀ ਤਾਂ ਹਮੇਸ਼ਾ ਸੰਪਰਦਾਇ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ, ਕਿਉਂਕਿ ਜੇਕਰ ਗਿਆਨੀ ਬਚੇ ਤਾਂ ਪੰਡਤ ਦਾ ਕੀ ਹੋਏਗਾ। ਹੋਰ ਜਿੱਥੇ ਸੂਰਜ ਚਮਕ ਰਿਹਾ ਹੋਵੇ ਉੱਥੇ ਬੁਝੇ ਦੀਵਿਆਂ ਦੇ ਕੋਲ ਕੌਣ ਜਾਏਗਾ। ਇਸ ਲਈ ਪੰਡਤ ਕਦੇ ਗਿਆਨੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਗਿਆਨੀ ਦੀ ਮੌਜੂਦਗੀ ਪੰਡਤ ਦੇ ਸਾਰੇ ਵਪਾਰ ਨੂੰ ਜੜ ਤੋਂ ਵੱਢ ਸੁੱਟਦੀ ਹੈ। ਇਸ ਲਈ ਪੰਡਤ ਤਾਂ ਸਦਾ ਸੰਪਰਦਾਇ 'ਚ ਮਿਲੇਗਾ, ਗਿਆਨੀ ਸਦਾ ਸੰਪਰਦਾਇ ਦੇ ਬਾਹਰ ਮਿਲੇਗਾ। ਉੱਥੇ ਹੀ ਅੜਚਣ ਹੈ। ਤੁਸੀਂ ਆਪਣੀ ਸੰਪਰਦਾਇ 'ਚ ਲੱਭੋ ਕਿ ਕੋਈ ਹਿੰਦੂ ਗਿਆਨੀ ਮਿਲ ਜਾਏ। ਹਿੰਦੂ ਗਿਆਨੀ ਕਦੇ ਹੋਇਆ ਹੀ ਨਹੀਂ। ਕੋਈ ਮੁਸਲਮਾਨ ਗਿਆਨੀ ਮਿਲ ਜਾਏ, ਮੁਸਲਮਾਨ ਗਿਆਨੀ ਕਦੇ ਹੋਇਆ ਹੀ ਨਹੀਂ। ਗਿਆਨੀ ਕਦੇ ਮੁਸਲਮਾਨ ਤੇ ਹਿੰਦੂ ਹੁੰਦਾ, ਗਿਆਨੀ ਸਿਰਫ ਹੁੰਦਾ ਹੈ, ਉਹਦਾ ਕੋਈ ਵਿਸ਼ੇਸ਼ਣ ਨਹੀਂ ਹੈ। ਤਦ ਤੁਹਾਨੂੰ ਅੜਚਨ ਹੋਏਗੀ। ਉਸ ਲਈ ਤਾਂ ਤੁਹਾਨੂੰ ਸੰਪਰਦਾਇ ਦੀ ਦ੍ਰਿਸ਼ਟੀ ਛੱਡਣੀ ਪਏਗੀ। ਤੁਹਾਨੂੰ ਆਪਣੀਆਂ ਬੱਝੀਆਂ ਹੋਈਆਂ ਧਾਰਨਾਵਾਂ ਹਟਾਉਣੀਆਂ ਪੈਣਗੀਆਂ। ਜੇਕਰ ਤੁਹਾਨੂੰ ਅੱਖ ਵਾਲਾ ਗੁਰੂ ਚਾਹੀਦਾ ਹੈ ਤਾਂ ਤੁਹਾਨੂੰ ਆਪਣੀ ਸੰਪਰਦਾਇ ਦੇ ਸਾਰੇ ਕੱਪੜੇ ਛੱਡਣੇ ਪੈਣਗੇ, ਤਦ ਹੀ ਤੁਸੀਂ ਉਹਨੂੰ ਪਾ ਸਕੋਗੇ, ਨਹੀਂ ਤਾਂ ਤੁਹਾਨੂੰ ਕੋਈ ਅੰਨਾ ਗੁਰੂ ਮਿਲ ਜਾਏਗਾ। ਬਾਹਮਣ ਦਿਛਾ ਦੇਤ ਸੋ ਘਰ ਘਰ ਘਾਲ ਹੈ, ਮੂਰ ਸੰਜੀਵਨ ਪਾਸ ਤੂੰ ਪਾਹਨ ਪਾਲ ਹੈ। ਤੇ ਜਿਹੜਾ ਪਰਮਾਤਮਾ ਕੋਲ ਸੀ, ਪੰਡਤ ਨੇ ਤੈਨੂੰ ਉਹਦੀ ਥਾਂ ਪੱਥਰ ਫੜਾ ਦਿੱਤਾ, ਤੂੰ ਪੱਥਰ ਪੂਜ ਰਿਹਾ। ਪਰਮਾਤਮਾ ਕੋਲ ਸੀ, ਪੰਡਤ ਦੀ ਦੀਕਸ਼ਾ ਨੇ ਤੈਨੂੰ ਪੱਥਰ ਫੜਾ ਦਿੱਤਾ। ਪੱਥਰ ਦੀ ਪੂਜਾ ਹੋ ਰਹੀ ਹੈ, ਕੁਝ ਹਰਜਾ ਨਹੀਂ ਹੈ ਪੱਥਰ ਦੀ ਪੂਜਾ ਵਿੱਚ, ਜੇਕਰ ਪੱਥਰ 'ਚ ਪਰਮਾਤਮਾ ਵਿਖਾਈ ਪੈ ਰਿਹਾ ਹੋਵੇ। ਲੇਕਿਨ ਜਿਹਨੂੰ ਪੱਥਰ 'ਚ ਪਰਮਾਤਮਾ ਵਿਖਾਈ ਪੈ ਜੇ ਉਹ ਪੱਥਰ ਪੂਜਣ ਜਾਏਗਾ? ਫਿਰ ਤਾਂ ਸਭ ਥਾਵਾਂ 'ਤੇ ਉਸੇ ਦੀ ਪੂਜਾ, ਉਹਦਾ ਸਾਰਾ ਜੀਵਨ ਉਸੇ ਦੀ ਅਰਚਨਾ ਹੋ ਜਾਏਗਾ। ਫਿਰ ਤਾਂ ਮੰਦਰ ਵਿਰਾਟ ਹੈ, ਫਿਰ ਤਾਂ ਬੂਟਿਆਂ ਵਿੱਚ ਵੀ ਉਹ ਹੈ, ਫਿਰ ਤਾਂ ਮਸਜਿਦ ਵਿੱਚ ਵੀ ਉਹ ਹੈ, ਮੰਦਰ ਵਿੱਚ ਵੀ ਉਹੀ ਹੈ। ਅਤੇ ਜੇਕਰ ਮਸਜਿਦ ਨੇੜੇ ਹੋਵੇ ਤਾਂ ਤੁਸੀਂ ਮੰਦਰ ਕਾਹਦੇ ਲਈ ਜਾਓਗੇ? ਮਸਜਿਦ ਵਿੱਚ ਹੀ ਚਲੇ ਜਾਓਗੇ। ਮਸਜਿਦ ਵਿੱਚ ਜਾਣ ਦੀ ਕੀ ਜ਼ਰੂਰਤ? ਸੁਣਿਆ ਹੈ ਕਿ ਬਾਇਜ਼ੀਦ ਜਦ ਬੁੱਢਾ ਹੋ ਗਿਆ, ਇੱਕ ਮੁਸਲਮਾਨ ਫਕੀਰ, 70 ਸਾਲ ਲੋਕਾਂ ਨੇ ਉਹਨੂੰ ਮਸਜਿਦ ਜਾਂਦੇ ਵੇਖਿਆ। ਇੱਕ ਦਿਨ ਅਚਾਨਕ ਉਹ ਮਸਜਿਦ ਨਹੀਂ ਆਇਆ। ਉਹ ਬਿਮਾਰ ਵੀ ਹੋਵੇ ਤਾਂ ਵੀ ਜਾਂਦਾ, ਕੋਈ ਵੀ ਹਾਲਤ ਹੋਵੇ, ਕਿਸੇ ਵੀ ਹਾਲਤ 'ਚ ਉਹ ਮਸਜਿਦ ਜਾਣਾ ਨਹੀਂ ਭੁੱਲਦਾ ਸੀ। ਇੱਕ ਦਿਨ ਨਹੀਂ ਆਇਆ, ਮਸਜਿਦ ਦੇ ਲੋਕਾਂ ਨੇ ਸਮਝਿਆ ਮਰ ਗਿਆ ਹੋਏਗਾ। ਹੋਰ ਕੋਈ ਕਾਰਨ ਨਹੀਂ ਹੋ ਸਕਦਾ, ਕਿਉਂਕਿ ਬਿਮਾਰ ਉਹ ਕਿੰਨਾ ਵੀ ਹੋਵੇ ਉਹ ਆਉਂਦਾ ਹੀ ਹੈ। ਉਹ ਪੁੱਜੇ ਉਹਦੇ ਘਰ, ਉਹ ਆਪਣੇ ਝੌਂਪੜੇ ਦੇ ਮੂਹਰੇ ਬੈਠਾ ਖੰਜਰੀ ਵਜਾ ਕੇ ਗੀਤ ਗਾ ਰਿਹਾ ਸੀ। ਉਹ ਬਹੁਤ ਨਾਰਾਜ਼ ਹੋ ਗਏ। ਉਹਨਾਂ ਨੇ ਕਿਹਾ, ਬੁਢਾਪੇ 'ਚ ਨਾਸਤਿਕ ਹੋ ਗਏ ਜਾਂ ਸਠਿਆ ਗਏ? ਬਾਈਜੀਦ ਨੇ ਕਿਹਾ, ਜਦ ਤੱਕ ਮਿਲਿਆ ਨਹੀਂ ਸੀ ਤਦ ਤੱਕ ਆਉਂਦੇ ਸੀ, ਹੁਣ ਜਦ ਮਿਲ ਗਿਆ ਤਾਂ ਸਾਰੇ ਪਾਸੇ ਉਹੀ ਹੈ। ਹੁਣ ਤਾਂ ਮਸਜਿਦ ਤੋਂ ਇਲਾਵਾ ਹੋਰ ਕੋਈ ਥਾਂ ਹੀ ਨਹੀਂ ਹੈ, ਉਹੀ ਸਭ ਥਾਂ ਮਸਜਿਦ ਹੈ। ਹੁਣ ਕਿਹਦੇ ਲਈ ਆਉਣਾ? ਹੁਣ ਤੱਕ ਲੱਭਦਾ ਰਿਹਾ, ਹੁਣ ਲੱਭਣਾ ਮੁੱਕ ਗਿਆ। ਹੁਣ ਉਤਸਵ ਸ਼ੁਰੂ ਹੋਇਆ, ਹੁਣ ਤਾਂ ਨੱਚਾਂਗੇ ਗਾਵਾਂਗੇ, ਹੁਣ ਕੋਈ ਮੰਗ ਨਹੀਂ ਰਹੀ, ਹੁਣ ਉਹ ਸਭ ਥਾਵਾਂ 'ਤੇ ਮੌਜੂਦ ਹੈ। ਮੂਰ ਸਜੀਵਨ ਪਾਸ ਤੂੰ ਪਾਹਨ ਪਾਲ ਹੈ। ਉਹ ਕੋਲ ਬੈਠਾ ਤੇ ਤੂੰ ਮੰਦਰ 'ਚ ਪੂਜਾ ਕਰਨ ਜਾ ਰਿਹਾ। ਐਸਨ ਸਾਹਿਬ ਕਬੀਰ ਸਲੋਨਾ ਆਪ ਹੈ, ਨਹੀਂ ਜੋਗ ਨਹਿ ਜਾਪ ਪੁੰਨ ਨਹਿ ਪਾਪ ਹੈ। ਕਬੀਰ ਕਹਿੰਦੇ ਅਜਿਹਾ ਹੈ ਉਹ ਸਾਹਿਬ ਕਬੀਰ ਦਾ। ਐਸਨ ਸਾਹਿਬ ਕਬੀਰ ਸਲੋਨਾ ਆਪ ਹੈ। ਖੁਦ ਤਾਂ ਬਹੁਤ ਸੁੰਦਰ ਸਲੋਨਾ ਹੈ ਹੀ, ਉਹਦੇ ਸਲੋਨੇਪਨ ਦੀ ਕੀ ਗੱਲ ਹੈ? ਉਹਦੀ ਸੁੰਦਰਤਾ ਦੀ ਕੀ ਚਰਚਾ ਕਰੀਏ? ਉਹਦੇ ਰੂਪ ਦਾ ਕੀ ਵਰਣਨ? ਖੁਦ ਤਾਂ ਬਹੁਤ ਰੂਪਵਾਨ, ਬਹੁਤ ਸੋਹਣਾ ਹੈ ਹੀ। ਉਹਨੇ ਤੁਹਾਨੂੰ ਵੀ ਸੁੰਦਰ ਬਣਾਇਆ, ਤੁਹਾਨੂੰ ਉਹਨੇ ਆਪਣੇ ਤੋਂ ਘੱਟ ਸੋਹਣਾ ਨਹੀਂ ਬਣਾਇਆ। ਐਸਨ ਸਾਹਿਬ ਕਬੀਰ ਸਲੋਨਾ ਆਪ ਹੈ, ਨਹੀਂ ਜੋਗ ਨਹਿ ਜਾਪ ਪੁੰਨ ਨਹਿ ਪਾਪ ਹੈ। ਤੁਹਾਡੇ ਲਈ ਨਾ ਤਾਂ ਜੋਗ ਦੀ ਜ਼ਰੂਰਤ ਹੈ, ਨਾ ਪਾਪ ਦੀ ਕੋਈ ਜ਼ਰੂਰਤ ਹੈ, ਨਾ ਜਾਪ ਦੀ ਕੋਈ ਲੋੜ ਹੈ, ਨਾ ਕਿਤੇ ਪੁੰਨ ਦੀ ਜ਼ਰੂਰਤ ਹੈ, ਨਾ ਪਾਪ ਦੀ ਕੋਈ ਜ਼ਰੂਰਤ ਹੈ। ਜਿਹਨੇ ਤੁਹਾਨੂੰ ਬਣਾਇਆ ਉਹ ਪੁੰਨ ਤੇ ਪਾਪ ਤੋਂ ਬਾਹਰ ਹੈ, ਤੁਸੀਂ ਵੀ ਬਾਹਰ ਹੋ। ਹੋਰ ਜਿਹਨੇ ਤੁਹਾਨੂੰ ਬਣਾਇਆ, ਤੁਸੀਂ ਜਿਹਦੀ ਕਿਰਤ ਹੋ, ਉਹਦੇ ਦਸਖਤ ਤੁਹਾਡੇ ਉੱਤੇ ਹਨ। ਤੁਸੀਂ ਕਿਵੇਂ ਪਾਪੀ ਹੋ ਸਕਦੇ ਹੋ? ਤੁਸੀਂ ਕਿਵੇਂ ਬੁਰੇ ਹੋ ਸਕਦੇ ਹੋ? ਕਹਾਵਤ ਹੈ, ਫਲ ਤੋਂ ਦਰਖਤ ਜਾਣਿਆ ਜਾਂਦਾ ਹੈ, ਸੋ ਤੁਹਾਡੇ ਤੋਂ ਪਰਮਾਤਮਾ ਜਾਣਿਆ ਜਾਏਗਾ, ਕਿਉਂਕਿ ਤੁਸੀਂ ਉਹਦੇ ਉੱਤਮ ਤੋਂ ਉੱਤਮ ਫਲ ਹੋ ਇਸ ਧਰਤੀ 'ਤੇ। ਇਸ ਸ੍ਰਿਸ਼ਟੀ 'ਚ ਮਨੁੱਖ ਉਹਦਾ ਉੱਤਮ ਤੋਂ ਉੱਤਮ ਫਲ ਹੈ। ਤੁਸੀਂ ਕਿਵੇਂ ਪਾਪੀ ਹੋ ਸਕਦੇ ਹੋ? ਜਿਨ੍ਹਾਂ ਨੇ ਤੁਹਾਨੂੰ ਕਿਹਾ ਤੁਸੀਂ ਪਾਪੀ ਹੋ, ਉਹਨਾਂ ਨੇ ਤੁਹਾਡੇ ਜੀਵਨ ਨਾਲੋਂ ਪਰਮਾਤਮਾ ਦਾ ਸੰਬੰਧ ਬਿਲਕੁਲ ਤੋੜਵਾ ਦਿੱਤਾ। ਸੋ ਕਬੀਰ ਕਹਿੰਦੇ ਆ, ਐਸਨ ਸਾਹਿਬ ਕਬੀਰ। ਕਬੀਰ ਦੇ ਸਾਹਿਬ ਅਜਿਹੇ ਹਨ, ਖੁਦ ਤਾਂ ਪਿਆਰੇ, ਸੁੰਦਰ, ਅਨੂਠੇ, ਅਨੋਖੇ ਹਨ।
ਉਹਨਾਂ ਤੋਂ ਤੁਸੀਂ ਵੀ ਪੈਦਾ ਹੋਏ ਹੋ। ਬਾਈਬਲ 'ਚ ਕਿਹਾ ਕਿ ਪਰਮਾਤਮਾ ਨੇ ਆਪਣੀ ਹੀ ਸ਼ਕਲ ਵਿੱਚ ਆਦਮੀ ਨੂੰ ਬਣਾਇਆ ਹੈ, ਪਰ ਤੁਹਾਨੂੰ ਆਪਣੀ ਸ਼ਕਲ ਦਾ ਪਤਾ ਹੀ ਨਹੀਂ। ਨਹੀਂ ਜੋਗ ਨਹੀਂ ਜਾਪ, ਨਾ ਤਾਂ ਕੋਈ ਜਪ ਕਰਨ ਦੀ ਜ਼ਰੂਰਤ ਹੈ, ਨਾ ਕੋਈ ਜੋਗ ਕਰਨ ਦੀ ਲੋੜ ਹੈ, ਨਾ ਤਾਂ ਪੁੰਨ ਕਰਨ ਦੀ ਜ਼ਰੂਰਤ ਹੈ, ਨਾ ਪਾਪ ਤੋਂ ਭੈਭੀਤ ਹੋਣ ਦੀ ਲੋੜ ਹੈ, ਕਿਉਂਕਿ ਉਸ ਪਰਮ ਦੀ ਨੇੜਤਾ ਵਿੱਚ ਨਾ ਤਾਂ ਪਾਪ ਬਚਦਾ ਹੈ, ਨਾ ਪੁੰਨ ਬਚਦਾ ਹੈ। ਇਹ ਆਖਰੀ ਗੱਲ ਥੋੜ੍ਹੀ ਸਮਝਣ ਵਾਲੀ ਹੈ। ਪਾਪੀ ਤੇ ਪੁੰਨ ਆਤਮਾ 'ਚ ਬਹੁਤ ਫਰਕ ਨਹੀਂ ਹੈ। ਇੰਨਾ ਹੀ ਫਰਕ ਹੈ ਜਿਵੇਂ ਇੱਕ ਆਦਮੀ ਇੱਕ ਪੈਰ 'ਤੇ ਖਲੋਤਾ ਹੈ, ਇੱਕ ਸਿਰ ਦੇ ਬਲ ਖਲੋਤਾ ਹੈ। ਤੁਸੀਂ ਜੇਕਰ ਸੀਸ ਆਸਨ ਕਰ ਲਓ ਤਾਂ ਕੁਝ ਫਰਕ ਪੈ ਜਾਏਗਾ, ਤੁਸੀਂ ਰਹੋਗੇ ਸਿਰ ਦੇ ਬਲ ਖੜੇ ਰਹੋਗੇ। ਹੁਣ ਪੈਰ ਦੇ ਬਲ ਖੜੇ ਸੀ, ਕੀ ਫਰਕ ਹੋਏਗਾ ਤੁਹਾਡੇ 'ਚ? ਪੁੱਠੇ ਹੋ ਜਾਓਗੇ। ਪੁੰਨ ਆਤਮਾ ਸਿੱਧਾ ਖਲੋਤਾ ਹੈ, ਪਾਪੀ ਸਿਰ ਦੇ ਬਲ ਖਲੋਤਾ ਹੈ। ਉਹ ਸੀਸ ਆਸਨ ਕਰ ਰਿਹਾ, ਸੀਸ ਆਸਨ ਕਰਨ 'ਚ ਕਸ਼ਟ ਮਿਲਦਾ ਤਾਂ ਪਾ ਰਿਹਾ ਹੈ। ਪੁੰਨ ਆਤਮਾ ਕੁਝ ਵਿਸ਼ੇਸ਼ ਨਹੀਂ ਕਰ ਰਿਹਾ ਤੇ ਪਾਪੀ ਕੁਝ ਪਾਪ ਦਾ ਫਲ ਅੱਗੇ ਪਾਏਗਾ, ਅਜਿਹਾ ਨਹੀਂ ਹੈ। ਪਾਪ ਕਰਨ ਵਿੱਚ ਹੀ ਪਾ ਰਿਹਾ ਹੈ। ਸਿਰ ਦੇ ਬਲ ਖੜੇ ਹੋ ਗਏ, ਕਸ਼ਟ ਮਿਲੇਗਾ। ਪੁੰਨ ਆਤਮਾ ਪੈਰਾਂ ਦੇ ਬਲ ਖਲੋਤਾ, ਇਸ ਲਈ ਸੁੱਖ ਪਾ ਰਿਹਾ। ਇਸ ਨਾਲ ਭਵਿੱਖ ਵਿੱਚ ਕੋਈ ਸੁੱਖ ਮਿਲੇਗਾ, ਸਵਰਗ ਮਿਲੇਗਾ, ਅਜਿਹਾ ਕੋਈ ਸਵਾਲ ਨਹੀਂ ਹੈ। ਜੇ ਤੁਸੀਂ ਠੀਕ ਠਾਕ ਤੁਰਦੇ ਹੋ ਰਾਹ 'ਤੇ ਤਾਂ ਕੁਸ਼ਲ ਘਰ ਆ ਜਾਂਦੇ ਹੋ, ਬਸ। ਜੇਕਰ ਤੁਸੀਂ ਪੁੱਠੇ ਸਿੱਧੇ ਤੁਰਦੇ ਹੋ, ਸ਼ਰਾਬ ਪੀ ਕੇ ਤੁਰਦੇ ਹੋ, ਡਿੱਗ ਪੈਂਦੇ ਹੋ, ਪੈਰ 'ਚ ਸੱਟ ਲੱਗ ਜਾਂਦੀ ਹੈ, ਫ੍ਰੈਕਚਰ ਹੋ ਜਾਂਦਾ ਹੈ। ਕੋਈ ਜ਼ਮੀਨ ਤੁਹਾਡੇ ਪੈਰ 'ਚ ਫ੍ਰੈਕਚਰ ਕਰਨਾ ਨਹੀਂ ਚਾਹੁੰਦੀ ਸੀ, ਤੁਸੀਂ ਪੁੱਠੇ ਸਿੱਧੇ ਤੁਰੇ। ਪਾਪੀ ਪੁੱਠਾ ਸਿੱਧਾ ਤੁਰ ਰਿਹਾ, ਥੋੜ੍ਹਾ ਡਾਵਾਂ ਡੋਲ ਤੁਰ ਰਿਹਾ। ਪੁੰਨ ਆਤਮਾ ਥੋੜ੍ਹਾ ਸੰਭਲ ਕੇ ਤੁਰ ਰਿਹਾ। ਪਰ ਕਬੀਰ ਕਹਿੰਦੇ ਆ ਵੀ ਜਿਹੜਾ ਆਪਣੇ ਅੰਦਰ ਚਲਾ ਗਿਆ ਉਹ ਤਾਂ ਸਵੈ ਪਰਮਾਤਮਾ ਦਾ ਹੋ ਗਿਆ। ਉਹ ਤਾਂ ਸਵੈ ਪਰਮਾਤਮਾ ਹੋ ਗਿਆ। ਉੱਥੇ ਨਾ ਕੋਈ ਪਾਪ ਹੈ, ਨਾ ਕੋਈ ਪੁੰਨ ਹੈ। ਉਹਦੀ ਚਾਲ ਦਾ ਕੀ ਕਹਿਣਾ। ਧਿਆਨ ਰੱਖੋ, ਪਾਪ ਨਾਲ ਦੁੱਖ ਮਿਲਦਾ ਹੈ, ਪੁੰਨ ਨਾਲ ਸੁੱਖ ਮਿਲਦਾ ਹੈ। ਪਾਪ ਰੋਗ ਦੇ ਵਾਂਗ ਹੈ, ਪੁੰਨ ਤੰਦਰੁਸਤ ਹੋਣ ਦੀ ਤਰ੍ਹਾਂ। ਪਰ ਅੰਦਰ ਜਿਹੜਾ ਚਲਾ ਗਿਆ ਉਹ ਨਾ ਤਾਂ ਦੁੱਖ ਵਿੱਚ ਹੈ, ਨਾ ਸੁੱਖ ਵਿੱਚ ਹੈ। ਉਹ ਆਨੰਦ ਵਿੱਚ ਜਿਉਂਦਾ ਹੈ। ਆਨੰਦ ਬਹੁਤ ਹੋਰ ਗੱਲ ਹੈ। ਆਨੰਦ ਦਾ ਮਤਲਬ ਹੈ ਸੁੱਖ ਵੀ ਗਏ, ਦੁੱਖ ਵੀ ਗਏ, ਕਿਉਂਕਿ ਜਦ ਤੱਕ ਦੁੱਖ ਰਹਿੰਦੇ ਆ ਤਦ ਤੱਕ ਹੀ ਸੁੱਖ ਰਹਿੰਦੇ ਆ। ਜਦ ਤੱਕ ਸੁੱਖ ਰਹਿੰਦੇ ਆ ਤਦ ਤੱਕ ਦੁੱਖ ਲੁਕੇ ਰਹਿੰਦੇ ਆ, ਉਹ ਜਾਂਦੇ ਨਹੀਂ। ਪਾਪੀ ਲਈ ਨਰਕ, ਪੁੰਨ ਆਤਮਾ ਦੇ ਸਵਰਗ, ਤੇ ਜਿਹੜਾ ਅੰਦਰ ਪੁੱਜ ਗਿਆ ਉਸ ਲਈ ਮੋਕਸ਼। ਉਹ ਸਵਰਗ ਤੇ ਨਰਕ ਦੋਹਾਂ ਦੇ। ਪੁੰਨ ਤੇ ਪਾਪ ਦੋਵੇਂ ਬੰਧਨ ਹੈ। ਪਾਪ ਹੋਏਗਾ ਲੋਹੇ ਦੀ ਜੰਜੀਰ, ਹੀਰੇ ਜਵਾਹਰਾਤ ਨਾਲ ਜੜੀ, ਪਰ ਕੀ ਫਰਕ ਪੈਂਦਾ? ਪਾਪੀ ਵੀ ਬੱਝਿਆ, ਪੁੰਨ ਆਤਮਾ ਵੀ ਬੱਝਿਆ। ਪਾਪੀ ਦੁੱਖ ਪਾ ਰਿਹਾ, ਪੁੰਨ ਆਤਮਾ ਸੁੱਖ ਪਾ ਰਿਹਾ, ਪਰ ਦੋਹਾਂ ਨੂੰ ਅਜੇ ਉਹਦੀ ਖਬਰ ਹੀ ਨਹੀਂ ਮਿਲੀ। ਜਿਹੜਾ ਦੋਹਾਂ ਦੇ ਪਾਰ ਹੈ, ਦੋਵੇਂ ਦਵੈਤ ਵਿੱਚ ਜੀ ਰਹੇ ਹੈ। ਅੰਦਰ ਜਿਹਨੇ ਸਵੈ ਨੂੰ ਪਛਾਣਿਆ, ਜਿਹਨੇ ਸਾਹਿਬ ਨੂੰ ਜਾਣਿਆ, ਜਿਹਨੇ ਆਪਣੇ ਸਲੋਨੇ ਰੂਪ ਨੂੰ ਪਛਾਣਿਆ, ਜਿਹਨੇ ਆਪਣੇ ਨਿਰਾਕਾਰ ਨਿਰਗੁਣ ਨੂੰ ਵੇਖਿਆ, ਜਿਹਨੇ ਆਪਣੀ ਅਦਵੈਤ ਪ੍ਰਤਿਸ਼ਠਾ ਪਾਈ, ਉਸ ਲਈ ਨਾ ਤਾਂ ਕੋਈ ਪੁੰਨ ਹੈ, ਨਾ ਕੋਈ ਪਾਪ ਹੈ। ਉਹ ਦਵੰਦ ਤੋਂ ਬਾਹਰ ਹੋ ਗਿਆ, ਉਹ ਨਿਰਦਵੰਦ ਹੈ। ਉਹ ਦਵੈਤ ਮਤਲਬ ਦੋ ਦੇ ਪਾਰ ਉੱਠ ਗਿਆ। ਹੋਰ ਇਹ ਸਾਹਿਬ ਬਹੁਤ ਦੂਰ ਨਹੀਂ ਹੈ। ਨੇੜੇ ਵੀ ਕਹਿਣਾ ਉਚਿਤ ਨਹੀਂ ਹੈ, ਸਾਹਿਬ ਤੁਹਾਡੇ ਅੰਦਰ ਹੈ। ਅੰਦਰ ਕਹਿਣਾ ਉਚਿਤ ਨਹੀਂ ਹੈ, ਸਾਹਿਬ ਤੁਸੀਂ ਹੀ ਹੋ। ਐਸਨ ਸਾਹਿਬ ਕਬੀਰ। ਧੰਨਵਾਦ।